सो अज मीटिंग जिहड़ी चल रही सी पंजाब सरकार दी बनाई सब कमेटी दी ते मुलाजमां दी मीटिंग जिहड़ी है वो हुण तो काफ़ी समा पहला हालांकि खत्म हो चुकी सीगी। सब कमेटी के जिन्ने भी मैंबर सी ब्रह्म इंदिरा जी होण मनप्रीत सिंह बादल जी होण सारे चले गए सी, पर मुलाजम जिहड़े अंदर आपस दे विच मीटिंग कर रहे सीगे। सो कुछ मुलाजमां दे जिहड़े आगू ने बाहर आए ने। अज मीटिंग दे विच वख-वख मुद्दिआं दे गल होई है, कच्चे मुलाजमां दी भी गल होई है। सो होर भी पे कमीशन नूं लैके जिहड़ा रेड़का बनया होया है, ਪੈਨਸ਼ਨਾਂ ਨੂੰ ਲੈ ਕੇ ਵੱਖ-ਵੱਖ ਮੁੱਦੇ ਆ ਗੱਲਬਾਤ ਕਰਾਂਗੇ। ਅੱਜ ਕੀ ਜਿਹੜਾ ਸੀਗਾ ਮੀਟਿੰਗ ਦੇ ਵਿੱਚ ਹੋਇਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਸਤੀਸ਼ ਰਾਣਾ ਜੀ, ਕੀ ਅੱਜ ਓਵਰਆਲ ਦੱਸੋ, ਕਿਉਂਕਿ ਅਸੀਂ ਦੇਖਿਆ ਸੀਗਾ ਜਦੋਂ ਸਬ ਕਮੇਟੀ ਦੇ ਮੈਂਬਰ ਨਿਕਲੇ ਸੀਗੇ ਉਹਨਾਂ ਦੇ ਮੂੰਹ ਤੋਂ ਹੀ ਲੱਗ ਰਿਹਾ ਸੀਗਾ ਕਿ ਅੱਜ ਸਹਿਮਤੀ ਤੁਹਾਡੀ ਦੋਵਾਂ ਪਾਰਟੀਆਂ ਦੀ ਬਣੀ ਨਹੀਂ, ਕਿਤੇ ਨਾ ਕਿਤੇ ਕਮੀ ਰਹਿ ਗਈ। ਜਿਹੜੀਆਂ ਪੁਰਾਣੀਆਂ ਮੰਗਾਂ ਸੀ, ਜਿਹੜੀਆਂ ਪਿਛਲੀ ਵਾਰ 2-3 ਜਿਹੜੀਆਂ ਮੰਗਾਂ ਤੇ ਤੁਹਾਡੀ ਸਹਿਮਤੀ ਜਤਾ ਰਹੇ ਸੀ ਸਰਕਾਰ, ਉਹ ਹੁਣ ਅੱਜ ਉਹਦਾ ਕੀ ਬਣਿਆ? ਜਿਹੜੀ ਪਿਛਲੀ ਮੀਟਿੰਗ ਦੇ ਵਿੱਚ ਸਾਨੂੰ ਇਹਨਾਂ ਨੇ ਆਪਸ਼ਨ ਦਿੱਤੀ ਸੀਗੀ ਬਈ ਅਸੀਂ 15% ਤੁਹਾਡਾ ਵਾਧਾ ਕਰਾਂਗੇ ਮਿਨੀਮਮ, ਤੇ ਉਹਦੇ ਦੇ ਉੱਤੇ ਅਸੀਂ ਜਿਹੜਾ ਆਪਣਾ ਇਹ ਕਹਿ ਕੇ ਗਏ ਸੀ ਅਸੀਂ ਆਪਣੇ ਵੱਡੇ ਹਾਊਸ ਗੱਲ ਲੈ ਕੇ ਜਾਵਾਂਗੇ। 7 ਤਰੀਕ ਨੂੰ ਸਾਡੇ ਵੱਡੇ ਹਾਊਸ ਦੀ ਮੀਟਿੰਗ ਲੁਧਿਆਣੇ ਹੋਈ ਹੈ। ਉਹਦੇ ਵਿੱਚ ਉਸ 15% ਨੂੰ ਅਸੀਂ ਜਿਹੜਾ ਉਹਨੂੰ ਅਸੀਂ ਸਹਿਮਤ ਨਹੀਂ ਉਹਨਾਂ ਤੇ ਅਸੀਂ ਉਹਨੂੰ ਰੱਦ ਕਰਤਾ ਸੀਗਾ। ਤੇ ਜਿਹੜਾ ਅਸੀਂ ਅੱਜ ਮੰਗ ਕੀਤੀ ਸੀਗੀ ਵੀ ਸਾਨੂੰ ਘੱਟੋ ਘੱਟ 20% ਦਿੱਤਾ ਜਾਵੇ ਵਾਧਾ, ਤੇ ਜਿਹੜਾ ਸਾਡਾ ਗੁਣਾਕ ਹੈ 272 ਦਿੱਤਾ ਜਾਵੇ। ਜਿਹੜੇ ਪਾਰਸ਼ਲੀ ਰਿਵਾਈਜ਼ ਹੈ ਉਹਨਾਂ ਦਾ ਜਿਹੜਾ 299 ਦਿੱਤਾ ਜਾਵੇ, ਤੇ ਦੂਜਿਆਂ ਦਾ ਜਿਹੜੇ ਅਨਰਿਵਾਈਜ਼ ਹੈ ਉਹਨੂੰ 3.6 ਦਿੱਤਾ ਜਾਵੇ। ਤੇ ਸਰਕਾਰ ਨੇ ਜਿਹੜਾ ਆਪਣਾ ਸਾਨੂੰ ਫੈਸਲਾ ਸੁਣਾਇਆ ਉਹ ਸਾਨੂੰ ਜਿਹੜਾ ਹੈ 113% ਡੀਏ ਮੰਨ ਕੇ 31/12/15 ਨੂੰ ਉਹ ਸਾਨੂੰ ਘੱਟੋ ਘੱਟ 15% ਦਾ ਲਾਭ ਦੇ ਰਹੀ ਹੈ, ਜਿਹਦੇ ਕਰਕੇ ਅਸੀਂ ਉਸ ਗੱਲ ਨਾਲ ਸਹਿਮਤ ਨਹੀਂ। ਸਰਕਾਰ ਆਪਣੇ ਵੱਲੋਂ ਸਾਨੂੰ ਜਿਹੜਾ ਦੇਣਾ ਚਾਹੁੰਦੀ ਜਾਓ, ਤੇ ਦੂਜੀਆਂ ਮੰਗਾਂ ਦੇ ਉੱਤੇ ਸਾਡੇ ਨਾਲ ਗੱਲ ਕਰਨ ਵਾਸਤੇ ਸਰਕਾਰ ਤਿਆਰ ਨਹੀਂ ਹੈ। ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕੱਚੇ ਮੁਲਾਜ਼ਮਾਂ ਦੇ ਪੱਕੇ ਕਰਨ ਦੀ ਗੱਲ ਨਹੀਂ ਕਰਦੀ, ਜੋ ਅਸੀਂ ਪੇ ਕਮਿਸ਼ਨ ਦੇ ਮੰਗਦੇ ਸਰਕਾਰ ਉਹ ਤਾਂ ਸਾਨੂੰ ਲਾਗੂ ਨਹੀਂ ਕਰਦੀ ਹੈ। ਤੇ ਮਾਣ ਭੱਤੇ ਦੇ ਕੰਮ ਕਰਦਿਆਂ ਬਾਰੇ ਉਹਨਾਂ ਵੱਲ ਘੱਟੋ ਘੱਟ ਉਜਰਤ ਨਹੀਂ ਦਿੰਦੀ ਹੈ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾਂਦੀ ਹੈ। ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਜੋ ਅਸੀਂ ਲੜਾਈ ਦਾ ਪਹਿਲਾ ਐਲਾਨ ਕੀਤਾ ਹੈ, ਤੇ ਅਸੀਂ 13 ਤਰੀਕ ਨੂੰ ਸਮੁੱਚੇ ਪੰਜਾਬ ਦੇ ਤਹਿਸੀਲ ਕੇਂਦਰਾਂ ਤੇ ਵੱਡੀਆਂ ਰੈਲੀਆਂ ਕਰਾਂਗੇ ਮੁਲਾਜ਼ਮ ਤੇ ਪੈਨਸ਼ਨਾਂ ਵੱਲੋਂ। ਤੇ ਉਹਦੇ ਨਾਲ ਹੀ ਜਿਹੜਾ ਅਸੀਂ 20 ਤਰੀਕ ਨੂੰ ਜ਼ਿਲ੍ਹਾ ਕੇਂਦਰਾਂ ਤੇ ਰੈਲੀਆਂ ਕਰਕੇ ਮੰਤਰੀਆਂ ਦੇ ਘਰਾਂ ਵੱਲੋਂ ਮਾਰਚ ਕਰਾਂਗੇ, ਕਿਉਂਕਿ ਨਾ ਸਰਕਾਰ ਹਜੇ ਪੈਨਸ਼ਨਰ ਦਾ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ, ਤੇ ਕਿਸੇ ਵੀ ਮੁੱਦੇ ਤੇ ਸਰਕਾਰ ਜਿਹੜੀ ਹੈ ਬਿਲਕੁਲ ਸੰਜੀਦਗੀ ਨਹੀਂ ਦਿਖਾ ਰਹੀ, ਆਪਣੀ ਕੋਈ ਗੱਲਬਾਤ ਕਰਨ ਤਿਆਰ ਨਹੀਂ। ਤੇ ਸਰਕਾਰ ਅੱਜ ਪਹਿਲੀ ਵਾਰੀ ਦੇਖ ਰਿਹਾ ਸੀ ਵੀ ਮੀਟਿੰਗ ਦੇ ਵਿੱਚੋਂ ਸਰਕਾਰ ਜਿਹੜੀ ਹੈ ਬਾਕਆਊਟ ਕਰਕੇ ਗਈ। ਸਰਕਾਰ ਗਈ ਹੈ, ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਸੀਗੇ ਜੀ। ਤੁਸੀਂ ਦੱਸੋ ਜੀ, ਕੀ ਨਾਮ ਹੈ? ਮੇਰਾ ਨਾਮ ਜਰਮਨਜੀਤ ਹੈ ਜੀ। ਜਰਮਨਜੀਤ ਜੀ, ਜਿਵੇਂ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਸੀਗੇ, ਉਹਨਾਂ ਸਾਰਿਆਂ ਦਾ ਤੁਸੀਂ ਮੁੱਦਾ ਚੁੱਕਿਆ। ਜਿਵੇਂ ਟੀਚਰਸ ਨੇ ਜਿਹੜੇ ਮੋਹਾਲੀ ਬੈਠੇ ਹੋਏ ਨੇ, ਪਿਛਲੇ 57 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਹੋਏ ਨੇ, ਸੋ ਉਹ ਹੋ ਗਏ ਜਾਂ ਸਾਰੇ ਓਵਰਆਲ ਸਾਰੇ ਮੁਲਾਜ਼ਮਾਂ ਦੀ ਗੱਲ ਹੋਈ ਹੈ? ਦੇਖੋ ਜੀ, ਜਿਹੜਾ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਹੈ, ਇਹ ਪੰਜਾਬ ਤੇ ਚੰਡੀਗੜ੍ਹ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਮੁਲਾਜ਼ਮਾਂ ਦੀਆਂ ਰੈਗੂਲਰ ਕੱਚੀਆਂ ਕੰਟਰੈਕਟ ਵਾਲੀਆਂ ਜਾਂ ਜਿਹੜੇ ਇਨਸੈਂਟਿਵ ਤੇ ਮਾਣ ਭੱਤਿਆਂ ਤੇ ਆਨਰਰੀ ਵਰਕਰ ਕੰਮ ਕਰਦੇ ਆ, ਇਹ ਉਹਨਾਂ ਸਾਰੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇਕੁਅਲੀ ਜਿਹੜਾ ਹੈ ਉਹ ਆਪਣੇ ਮੰਗ ਪੱਤਰ 'ਚ ਸ਼ਾਮਲ ਕਰਕੇ ਉਠਾ ਰਹੀਆਂ ਨੇ। ਅਸੀਂ ਜਿਹੜਾ ਪਿਛਲੇ 4 ਵਾਰ ਇੱਥੇ ਮੀਟਿੰਗ ਕਰ ਚੁੱਕੇ ਹਾਂ, 30 ਜੁਲਾਈ, ਫਿਰ 3 ਅਗਸਤ, 4 ਅਗਸਤ ਤੇ ਅੱਜ 11 ਅਗਸਤ। ਇਹਨਾਂ ਮੀਟਿੰਗਾਂ ਦੀ ਜਿਹੜੀ ਓਵਰਆਲ ਆਊਟਪੁੱਟ ਜਿਹੜੀ ਅੱਜ ਤੱਕ ਦੀ ਹੈ ਉਹ ਸਿਰਫ ਨਾ ਪੱਖੀ ਨਹੀਂ ਹੈ, ਉਹ ਸਰਕਾਰ ਦਾ ਇੱਕ ਜਿਹੜਾ ਹਠੀ ਵਤੀਰਾ ਹੈ ਨਾ, ਐਟੀਟਿਊਡ ਜਿਹੜਾ ਸਰਕਾਰ ਦਾ ਹੈ ਬਈ ਸਰਕਾਰ ਇਹਨਾਂ ਮੰਗਾਂ ਦੇ ਉੱਤੇ ਗੱਲ ਕਰਨੀ ਤੇ ਦੂਰ ਦੀ ਗੱਲ ਹੈ। ਸਰਕਾਰ ਮੀਟਿੰਗ ਨੂੰ ਮੀਟਿੰਗ ਵਾਂਗ ਚਲਾਉਣ ਲਈ ਵੀ ਤਿਆਰ ਨਹੀਂ ਹੈ। ਸਰਕਾਰ ਇੱਕ ਦਬਾਅ ਬਣਾ ਕੇ ਲਿਆਉਂਦੀ ਹੈ, ਤੇ ਉਹਦੇ ਅੰਦਰ ਉਹੀ ਉਹਨਾਂ ਦਾ ਜਿਹੜਾ ਸਰਕਾਰੀ ਇੱਕ ਧੌਂਸ ਮੰਤਰੀਆਂ ਵਾਲੀ ਜਾਂ ਜਿਹੜੀ ਅਫਸਰਸ਼ਾਹੀ ਵਾਲੀ ਅੱਜ ਉਹ ਪੂਰੀ ਵੇਖਣ ਨੂੰ ਮਿਲੀ। ਮੀਟਿੰਗ ਦੇ ਅੰਦਰ ਜਿਹੜਾ ਉਹਨਾਂ ਦਾ ਤਰੀਕਾ ਸੀਗਾ ਉਹ ਧੱਕੇ ਦੇ ਨਾਲ, ਆਪਣੀ ਧੌਂਸ ਦੇ ਨਾਲ, ਜਿਹੜਾ ਆਪਣੀ ਇੱਕ ਪ੍ਰਪੋਜ਼ਲ ਜਿਹੜੀ ਪਿਛਲੀ ਮੀਟਿੰਗ 'ਚ ਅਸੀਂ ਨਕਾਰ ਚੁੱਕੇ ਹਾਂ, ਉਸ ਪ੍ਰਪੋਜ਼ਲ ਨੂੰ ਦੁਬਾਰਾ ਸਾਡੇ ਤੇ 4 ਅਗਸਤ ਦੀ ਮੀਟਿੰਗ ਤੋਂ ਵੀ ਬੁਰੇ ਤਰੀਕੇ ਦੇ ਨਾਲ ਜਿਹੜਾ ਥੋਪਣ ਦਾ ਯਤਨ ਕਰ ਰਹੀ ਸੀ। ਉਹਦੇ ਅੰਦਰ ਦੇਖੋ, ਉਹ ਜਿਹੜਾ 113% ਡੀਏ 31/12/15 ਨੂੰ ਕਹਿ ਰਹੇ ਆ, ਐਕਚੁਅਲ ਦੇ ਅੰਦਰ 31/12/2015 ਨੂੰ 113% ਡੀਏ ਨਹੀਂ ਹੈ। ਪੰਜਾਬ ਦੇ ਕੇਂਦਰ ਦੇ ਸਾਰੇ ਮੁਲਾਜ਼ਮਾਂ ਦਾ, ਸਾਰੇ ਅਧਿਕਾਰੀਆਂ ਦਾ, ਅਫਸਰਾਂ ਦਾ ਜਿਹੜਾ ਡੀਏ ਆ ਉਹ 119% ਆ। ਅੱਜ ਅਸੀਂ ਕਿਹਾ ਵੀ 119% ਦੇ ਉੱਤੇ ਜੋ ਹੈਗਾ ਹੈ ਉਹ ਦੇਣਾ ਬਣਦਾ ਹੈ, ਉਹ ਇਹਦੇ 'ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਜਿਹੜੇ ਅਨਰਿਵਾਈਜ਼ਡ ਕੈਟੇਗਰੀ ਦਾ ਜਦੋਂ ਮੁੱਦਾ ਅਸੀਂ ਚੁੱਕਿਆ, ਤਾਂ ਜਿਹੜੀਆਂ ਪਾਰਸ਼ਲੀ ਰਿਵਾਈਜ਼ਡ ਕੈਟੇਗਰੀਜ਼ ਉਹਨਾਂ ਦਾ ਮੁੱਦਾ ਚੱਕਿਆ, ਤਾਂ ਉਹ ਬਹੁਤ ਹੀ ਫਜ਼ੂਲ ਤਰੀਕੇ ਨਾਲ ਬਈ ਇਹ ਤਾਂ ਮੁੱਦਾ ਹੀ ਨਹੀਂ ਹੈਗਾ, ਇਹਨੂੰ ਤੁਸੀਂ ਛੱਡ ਦਿਓ, ਇਹ ਨਹੀਂ ਅਸੀਂ ਗੱਲ ਗੱਲ ਕਰਨ ਲਈ ਵੀ ਤਿਆਰ ਨਹੀਂ। ਪਰ ਇਹ ਮੁੱਦਾ ਲਗਭਗ ਜਿਵੇਂ ਜਿੰਨਾ ਕੁ ਅਸੀਂ ਗੱਲਬਾਤ ਕਰ ਰਹੇ ਸੀ, ਪੁੱਛ ਰਹੇ ਸੀ, ਜਿੰਨੇ ਟੋਟਲ ਮੁਲਾਜ਼ਮ ਨੇ 50% ਮੁਲਾਜ਼ਮ ਨੇ ਜਿਨ੍ਹਾਂ ਦੀ ਜਿਹੜੇ ਪਾਰਸ਼ੀਅਲ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਵਾਅਦੇ ਹੋਏ ਨਹੀਂ ਜਾਂ ਜਿਨ੍ਹਾਂ ਦੇ ਪਾਰਸ਼ੀਅਲ ਹੋਏ ਆ। ਸੋ 50% ਮੁਲਾਜ਼ਮਾਂ ਨੂੰ ਅਗਰ ਸਰਕਾਰ ਉਹਨਾਂ 'ਚ ਇੰਟਰਸਟ ਨਹੀਂ ਲੈ ਰਹੀ, ਫਿਰ ਤਾਂ ਉਹ ਵੱਡਾ ਸੰਘਰਸ਼ ਜਿਹੜਾ ਉਹ ਵੀ ਕਰਨ ਬਾਰੇ ਸੋਚ ਸਕਦੇ ਆ। ਬਿਲਕੁਲ। ਦੇਖੋ, ਜਿਹੜੀ ਮੇਨ ਗੱਲ ਹੈਗੀ ਹੈ ਨਾ
ਕਿ ਸਰਕਾਰ ਦਾ ਇੱਕ ਵਤੀਰਾ ਡਿਸਕ੍ਰਿਮੀਨੇਟਿੰਗ ਜਿਹੜਾ ਐਟੀਟਿਊਡ ਉਹ ਸਾਹਮਣੇ ਆ ਰਿਹਾ ਹੈ। ਅਸੀਂ ਉਹਨਾਂ ਨੂੰ ਕਿਹਾ ਵੀ ਠੀਕ ਹੈ, ਤੁਸੀਂ ਸਾਰਿਆਂ ਦੇ ਉੱਤੇ ਪੇ ਕਮਿਸ਼ਨ ਲਾਗੂ ਕਰਨਾ ਹੈ, ਇਹ ਲਾਗੂ ਕਰਨਾ ਸਰਕਾਰ ਦੀ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ, ਤੁਸੀਂ ਕਰਨਾ ਹੈ। ਪਰ ਉਸ ਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ 2011 'ਚ ਹੋਈ ਹੈ, ਜਿਹਦੇ ਵਿੱਚ ਕੁਝ ਸੀਨੀਅਰ ਜਿਹੜੇ ਉਹ ਹੇਠਾਂ ਰਹਿ ਗਏ, ਜੂਨੀਅਰ ਦਾ ਪੇ ਸਕੇਲ ਵੱਧ ਗਿਆ। ਇਸੇ ਤਰ੍ਹਾਂ ਹੀ ਜਦੋਂ ਦੋ ਕੈਟਾਗਰੀਜ਼ ਦੀ ਗੱਲ ਕਰਦੇ, ਪੇ ਪੈਰਿਟੀ ਤੋੜ ਦਿੱਤੀ। ਸੇਮ ਕੁਆਲੀਫਿਕੇਸ਼ਨ ਵਾਲਾ ਜਿਹੜਾ ਸੀ ਉਹਨੂੰ 10,300 ਜਮਾ 3200 ਗ੍ਰੇਡ ਪੇ ਦੇ ਵਿੱਚ ਲੈ ਗਏ। ਉਸੇ ਹੀ ਪੈਰਿਟੀ ਵਾਲਾ ਜਿਹੜਾ ਹੈ ਉਹ 1900 ਗ੍ਰੇਡ ਪੇ 'ਚ ਹੁਣ 810 ਦੇ ਸਕੇਲ 'ਚ ਕੰਮ ਕਰ ਰਿਹਾ ਹੈ। ਜਦੋਂ ਅਸੀਂ ਕਿਹਾ ਵੀ ਇਹ ਡਿਸਕ੍ਰਿਮੀਨੇਸ਼ਨ ਦੂਰ ਕਰਨ ਦੀ ਗੱਲ ਹੈ, ਤਾਂ ਉਹ ਇਹਦੇ ਉੱਤੇ ਉਹ ਕਹਿੰਦੇ ਵੀ ਇਹ ਮੁੱਦਾ ਹੀ ਨਹੀਂ ਹੈ, ਇਹਨਾਂ ਉੱਤੇ ਗੱਲ ਕਰਨ ਲਈ ਉਹ ਤਿਆਰ ਹੀ ਨਹੀਂ ਹੈ, ਗੱਲ ਕਰਨ ਲਈ ਤਿਆਰ ਨਹੀਂ ਹੈ। ਕੱਚੇ ਮੁਲਾਜ਼ਮਾਂ ਦੀ ਗੱਲ ਕੀਤੀ, ਕੰਟਰੈਕਟ ਵਾਲਿਆਂ ਦੀ ਕੀਤੀ, ਮਾਣ ਭੱਤੇ ਵਾਲਿਆਂ ਦੀ ਕੀਤੀ, ਤੇ ਜਿਹੜੇ ਪੁਰਾਣੀ ਪੈਨਸ਼ਨ ਲਾਗੂ ਕਰਨੀ ਹੈ ਉਹਦੀ ਕੀਤੀ। ਤਾਂ ਉਹਨਾਂ ਕਿਹਾ ਜੀ ਨਹੀਂ, ਇਹ ਤੇ ਮੁੱਦਾ ਜਿਹੜਾ ਅਸੀਂ ਤੁਹਾਡੇ ਨਾਲ ਸਿਰਫ ਪੇ ਕਮਿਸ਼ਨ ਡਿਸਕਸ ਕਰਨਾ। ਅਸੀਂ ਉਹਨਾਂ ਨੂੰ ਇਹ ਦੱਸਿਆ ਵੀ ਇਹ ਜਿਹੜਾ ਸਾਂਝਾ ਫਰੰਟ ਹੈ, ਇਹ ਸਾਰੇ ਪੰਜਾਬ ਦੇ EMPLOYEES ਦਾ, ਜਿਹਦੇ ਵਿੱਚ ਰੈਗੂਲਰ ਤੋਂ ਲੈ ਕੇ ਕੱਚਿਆਂ ਦੀ ਹਰੇਕ ਕਿਸਮ ਤੱਕ ਦੇ EMPLOYEES ਨੇ, ਇਹ ਉਹਨਾਂ ਦਾ ਪੈਨਸ਼ਨਰ ਉਹਦੇ ਨਾਲ ਨੇ, ਉਹਨਾਂ ਦਾ ਸਾਂਝਾ ਫਰੰਟ ਹੈਗਾ। ਇਹ ਅਸੀਂ ਮੰਗਾਂ ਸਾਰੀਆਂ ਦੇ ਉੱਤੇ ਗੱਲ ਕਰਨੀ ਹੈ। ਤਾਂ ਉਹ ਜੀ ਇਹਨੂੰ ਟਾਲ ਕੇ ਚਲੇ ਗਿਆ। ਤਾਂ ਬੜਾ ਅਖੀਰਲਾ ਉਹਨਾਂ ਦਾ ਜਿਹੜਾ ਵਤੀਰਾ ਸੀ, ਸਰਕਾਰ ਉੱਠ ਗਈ ਜੀ। ਅਸੀਂ ਸਮਝਦੇ ਹਾਂ ਕਿ ਡਿਬੇਟ ਤੋਂ ਦਲੀਲ ਦੀ ਅਪੀਲ ਦੀ ਗੱਲ ਇਹ ਸਰਕਾਰ ਨੇ ਮੁਕਾ ਦਿੱਤੀ ਹੈ, ਤੇ ਲੋਕਾਂ ਦਾ ਪ੍ਰੈਸ਼ਰ ਜਿਹੜਾ 29 ਜੁਲਾਈ ਨੂੰ ਬਣਿਆ ਸੀਗਾ, ਉਹ ਪ੍ਰੈਸ਼ਰ ਸਾਡਾ 30 ਜੁਲਾਈ ਨੂੰ ਚੱਲਿਆ ਹੈ, ਉਹ ਪ੍ਰੈਸ਼ਰ 3 ਅਗਸਤ ਨੂੰ ਵੀ ਚੱਲਿਆ ਹੈ। ਪਰ ਜਿਹੜਾ ਸਰਕਾਰ ਦਾ ਜਿਹੜਾ ਡਿਲੇ ਟੈਕਟਿਕਸ ਹੈ ਨਾ, ਇਹ ਕਿਸੇ ਵੀ ਸਰਕਾਰ ਦਾ ਜਿਹੜਾ ਹੈ ਇਸ ਜਿਹੜੀ ਅਖੌਤੀ ਜਿਹੜੀ ਡੈਮੋਕ੍ਰੇਸੀ ਦਾ ਇਹ ਭਰਮ ਪਾਲ ਕੇ ਬੈਠੇ ਹੋਏ ਆ, ਉਹਦੇ ਅੰਦਰ ਡਿਲੇ ਟੈਕਟਿਕਸ ਦੇ ਅੰਦਰ ਇਹ ਸਾਰੇ ਕਿਸਮ ਦੀ ਮੈਨੇਜਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ, ਪਾੜਨ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੇ ਪੂਰੀ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਸਾਂਝਾ ਫਰੰਟ ਜਿਹੜਾ ਹੈ ਇਹ ਪੂਰੀ ਤਰ੍ਹਾਂ, ਜਿਵੇਂ 29 ਜੁਲਾਈ ਨੂੰ ਇੱਕ ਮਤ ਸੀਗਾ, ਅਸੀਂ ਅੱਜ ਅੰਦਰ ਇੱਕ ਪੂਰੀ ਮੀਟਿੰਗ ਕਰਕੇ ਆਏ ਹਾਂ। ਮੀਟਿੰਗ ਦੇ ਅੰਦਰ ਅਸੀਂ ਇਹ ਰਾਏ ਬਣਾ ਕੇ ਆਏ ਹਾਂ ਕਿ ਸਾਂਝੇ ਫਰੰਟ ਦਾ ਇੱਕ ਵੀ ਅੰਗ ਸਾਂਝੇ ਫਰੰਟ ਤੋਂ ਬਾਹਰ ਨਹੀਂ ਹੈਗਾ, ਤੇ ਅਸੀਂ ਸਰਕਾਰ ਦੀਆਂ ਉਹ ਸਾਰੀਆਂ ਕੋਸ਼ਿਸ਼ਾਂ ਜਿਨ੍ਹਾਂ 'ਚ ਉਹਨਾਂ ਨੇ ਸਾਨੂੰ ਤੋੜਨ ਦਾ, ਪਾੜਨ ਦਾ ਯਤਨ ਕੀਤਾ, ਅਸੀਂ ਉਹਨਾਂ ਨੂੰ ਰੱਦ ਕਰਕੇ ਅਗਲੇ ਐਕਸ਼ਨ ਜਿਹੜੇ ਹੈ ਉਹ ਲੈ ਕੇ ਮੈਦਾਨ 'ਚ ਤੁਹਾਨੂੰ ਪਰਸੋਂ ਤੋਂ ਦਿਖਾਈ ਦੇਵਾਂਗੇ। 13 ਅਗਸਤ ਨੂੰ ਤਹਿਸੀਲਾਂ ਦੇ ਵਿੱਚ ਵੱਡੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਹਰੇਕ ਤਹਿਸੀਲ 'ਚ ਇਕੱਠੇ ਹੋਣਗੇ, ਫਿਰ ਜ਼ਿਲ੍ਹਿਆਂ 'ਚ ਇਕੱਠੇ ਹੋਣਗੇ, ਤੇ ਚੰਡੀਗੜ੍ਹ ਤੱਕ ਨੂੰ ਅਸੀਂ ਵਿਧਾਨ ਸਭਾ ਦਾ ਜਿਹੜਾ ਮੌਨਸੂਨ ਸੈਸ਼ਨ ਹੈ, ਦੂਸਰੇ ਦਿਨ ਅਸੀਂ ਚੰਡੀਗੜ੍ਹ 'ਚ 1 ਲੱਖ ਤੋਂ ਵਧੇਰੇ ਮੁਲਾਜ਼ਮ ਜਿਹੜੇ ਉਹ ਲੈ ਕੇ ਇੱਥੇ ਆਵਾਂਗੇ। ਸਾਰਾ ਪੰਜਾਬ, ਸਾਰੀ ਦੁਨੀਆ ਵੇਖੇਗੀ ਜੀ। ਸੋ ਪੈਨਸ਼ਨਾਂ ਦੇ ਮੁੱਦੇ ਤੇ ਵੀ ਗੱਲਬਾਤ ਕਰਾਂਗੇ। ਤੁਸੀਂ ਦੱਸੋ ਜੀ ਕੀ ਨਾਮ ਹੈ, ਤੇ ਜਿਹੜਾ ਪੈਨਸ਼ਨਾਂ ਦਾ ਜਿਹੜਾ ਮੁੱਦਾ ਅੱਜ ਵੀ ਡਿਸਕਸ ਹੋਇਆ, ਉਹਦਾ ਕੀ ਹੋਇਆ? ਮੈਂ ਜਗਦੀਸ਼ ਸਿੰਘ ਚਾਹਲ। ਅੱਜ ਜਿਹੜਾ ਸਰਕਾਰ ਦਾ ਐਟੀਟਿਊਡ ਸੀ ਨਾ, ਬਹੁਤ ਮਾੜਾ ਸੀ। ਜਾਨੀ ਜਿਵੇਂ ਮੇਰੇ ਸਾਥੀਆਂ ਨੇ ਦੱਸਿਆ, ਕੋਈ ਮੀਟਿੰਗ ਦਾ ਮਾਹੌਲ ਨਹੀਂ ਸੀ। ਸਰਕਾਰ ਹਰ ਗੱਲ ਆਪਣੀ ਠੋਸਣਾ ਚਾਹੁੰਦੀ ਸੀ। ਇਹ ਕਹਿਣਾ ਕਿ ਪੇ ਕਮਿਸ਼ਨ ਤੋਂ ਅੱਗੇ ਨਹੀਂ ਜਾਣਾ, ਇਹ ਸਰਾਸਰ ਸਰਕਾਰ ਦਾ ਜਿਵੇਂ ਕਹਿੰਦੇ ਇੱਕ ਕਿਸਮ ਦਾ ਅੜੀਅਲ ਵਤੀਰਾ ਸੀ। ਪੈਨਸ਼ਨਾਂ ਦੀ ਗੱਲ ਕੀਤੀ, ਉਹ ਜੀ ਸਾਡਾ ਜਿਹੜਾ ਪੈਨਸ਼ਨਰ ਵਾਸਤੇ ਨੋਟੀਫਿਕੇਸ਼ਨ ਤਿਆਰ ਪਿਆ, ਪਰ ਉਹ ਤੁਸੀਂ ਇਹ ਪਹਿਲਾਂ ਗੱਲ ਨਿਬੇੜੋ, ਫਿਰ ਉਹ ਤੋਂ ਬਾਅਦ ਦੇ ਵਿੱਚ ਉਹ ਵੇਖਾਂਗੇ। ਬਾਅਦ ਦੇ ਵਿੱਚ ਹੀ ਪੈਨਸ਼ਨ ਸਾਥੀ ਮਿਲੇ, ਪਰ ਉਹਨਾਂ ਨੇ ਕੋਈ ਇਹਦੇ ਤੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਇੱਥੋਂ ਤੱਕ ਕਿ ਜਿਹੜੇ ਇਹ ਕਹਿ ਦੇਣਾ ਕਿੰਨੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ ਕਿ ਪੰਜਾਬ ਦਾ ਮੰਤਰੀ ਇਹ ਕਹਿੰਦਾ ਹੈ ਕਿ ਜਿਹੜੇ ਅਨਰਿਵਾਈਡ ਸਾਥੀ ਰਹਿ ਗਏ ਆ ਤੇ ਜਿਨ੍ਹਾਂ ਨੂੰ ਤਨਖਾਹ ਦੇ ਵਿੱਚ ਵਾਧਾ ਮਿਲਿਆ, ਤੁਸੀਂ ਆਪਦੇ ਕੋਲ ਉਹਨਾਂ ਨੂੰ ਦੇ ਦਿਓ, 5% ਉਹਨਾਂ ਨੂੰ ਦੇ ਦਿਓ ਤਾਂ ਕਿ ਉਹ ਬਰਾਬਰ ਹੋ ਜਾਣ। ਦੇਖੋ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਗੱਲਾਂ ਕਰ ਰਹੀ ਹੈ। ਤੇ ਸਾਡਾ ਕਹਿਣ ਤੋਂ ਭਾਵ ਕਿ ਅੱਜ ਜਿਹੜੀ ਸਰਕਾਰ ਨੇ ਮੀਟਿੰਗ ਕੀਤੀ ਹੈ, ਬਿਲਕੁਲ ਗੈਰ ਸੰਜੀਦਗੀ ਨਾਲ ਕੀਤੀ ਹੈ। ਮੁਲਾਜ਼ਮਾਂ ਦੇ ਵਿੱਚ ਬੜਾ ਵੱਡਾ ਰੋਹ ਹੈ ਇਸ ਗੱਲ ਦਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਲਾਜ਼ਮ ਹੈ, ਜਿਵੇਂ ਸਾਡਾ ਏਕਾ ਹੋਇਆ, ਇਹਦੇ ਤੋਂ ਸਾਨੂੰ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਤੋਂ, ਪੰਜਾਬ ਦੇ ਪੈਨਸ਼ਨਰਾਂ ਤੋਂ ਕਾਫੀ ਆਸ ਹੈ, ਕਿਉਂਕਿ ਜਿਹੜਾ ਏਕਾ, ਸਾਨੂੰ ਏਕੇ ਦੇ ਬਲਬੂਤੇ ਅਸੀਂ ਸਰਕਾਰ ਨੂੰ ਝੁਕਾਉਣ ਵਾਲੇ ਪਾਸੇ ਜਾਵਾਂਗੇ। ਆਉਣ ਵਾਲੇ ਸਮੇਂ ਜਿਹੜੇ ਐਕਸ਼ਨ ਅਸੀਂ ਪਹਿਲਾਂ ਕੀਤੇ ਹੈ, ਇਹ ਐਕਸ਼ਨ ਉਦੋਂ ਵੀ ਵੱਡੇ ਐਕਸ਼ਨ ਹੋਣਗੇ। ਜਿਹੜੀ ਸਾਡੀ ਚੰਡੀਗੜ੍ਹ ਦੇ ਵਿੱਚ ਰੈਲੀ ਹੋਊਗੀ, ਉਹ ਪਟਿਆਲੇ ਦੀ ਰੈਲੀ ਨੂੰ ਵੀ ਮਾਤ ਕਰੂਗੀ, ਤਾਂ ਕਿ ਅਸੀਂ ਸਰਕਾਰ ਨੂੰ ਆਪਦੀਆਂ ਮੰਗਾਂ ਮਨਾਉਣ ਵਾਸਤੇ ਮਜਬੂਰ ਕਰ ਸਕੀਏ ਜੀ। ਸੋ ਆਗੂ ਨੇ ਜਿਹੜੇ ਕਾਫੀ ਆਗੂ ਅੰਦਰ ਮੀਟਿੰਗ ਲਈ ਗਏ ਸੀ। ਪ੍ਰਵਿੰਦਰ ਸਿੰਘ ਖੰਗੂੜਾ ਵੀ ਸ਼ਾਮਿਲ ਸੀਗੇ। ਖੰਗੂੜਾ ਸਾਹਿਬ ਨਾਲ ਗੱਲਬਾਤ ਕਰਾਂਗੇ ਅੱਜ। ਖੰਗੂੜਾ ਸਾਹਿਬ, ਤੁਸੀਂ ਦੱਸੋ, ਪਿਛਲੀ ਵਾਰ ਵੀ ਤੁਸੀਂ ਬੜਾ ਖੁੱਲ੍ਹ ਕੇ ਦੱਸਿਆ ਸੀਗਾ ਜੋ ਕੁਝ ਵੀ ਹੋਇਆ ਸੀਗਾ, ਉਦੋਂ ਬੜਾ ਫਿਰ ਵੀ ਸਭ ਤੋਂ ਪੋਜ਼ਿਟਿਵ ਦੇਖਿਆ ਜਾ ਰਿਹਾ ਸੀ ਤੁਹਾਡੀ ਉਸ 4 ਅਗਸਤ ਵਾਲੀ ਮੀਟਿੰਗ ਨੂੰ, ਕਿਉਂਕਿ ਸਰਕਾਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਅੱਜ ਅਸੀਂ ਖੁਸ਼ ਕਰਤਾ। ਹਾਲਾਂਕਿ ਬਾਅਦ 'ਚ ਤੁਸੀਂ ਦੱਸਿਆ ਸੀਗਾ ਕਿ 2-3 ਮੰਗਾਂ ਨੂੰ ਛੱਡ ਕੇ ਬਾਕੀਆਂ ਤੇ ਪਿੱਛੇ ਹੀ ਹਟ ਰਹੇ ਨੇ, ਪਰ ਅੱਜ ਤਾਂ ਬਿਲਕੁਲ ਹੀ ਜਿਵੇਂ ਕਿ ਕਹਿ ਰਹੇ ਨੇ ਤੁਹਾਡੇ ਸਾਥੀਆਂ ਨੇ ਦੱਸਿਆ। ਤੁਸੀਂ ਵੀ ਥੋੜ੍ਹਾ ਫੇਰ ਦੱਸੋ ਕਿਵੇਂ ਵਾਕਆਊਟ ਕਿਉਂ ਕਰ ਗਏ? ਐਸਾ ਉਦੋਂ ਕੀ ਸਿਚੁਏਸ਼ਨ ਹੈ ਜੀ, ਕੀ ਬਣੀ ਸੀ? ਕਿਉਂਕਿ 3 ਅਗਸਤ ਨੂੰ ਮੈਨੂੰ ਯਾਦ ਆ ਤੁਸੀਂ ਵਾਕਆਊਟ ਕਰਕੇ ਇਸ ਨਾਰਾਜ਼ ਹੋ ਗਏ, ਅੱਜ ਸਰਕਾਰ ਵਾਕਆਊਟ ਕਰ ਗਈ, ਹੋਇਆ ਕੀ? ਦੇਖੋ ਜੀ, ਜੋ ਸਾਡੇ ਸੀਨੀਅਰ ਸਾਥੀ ਨੇ ਗੱਲ ਕਰੀ ਆ, ਉਹ ਬੜੇ ਸਪਸ਼ਟ ਸ਼ਬਦਾਂ 'ਚ ਕਲੀਅਰ ਕਰਤੀ ਉਹਨਾਂ ਨੇ
ਵੀ ਅੱਜ ਜਿਹੜਾ ਸਰਕਾਰ ਦਾ ਮੀਟਿੰਗ ਦਾ ਜਿਹੜਾ ਵਤੀਰਾ ਸੀ ਉਹ ਗੈਰ ਜ਼ਿੰਮੇਵਾਰ ਸੀ। ਕੋਈ ਲੱਗ ਹੀ ਨਹੀਂ ਸੀ ਰਿਹਾ ਵੀ ਇੱਕ ਮੁਲਾਜ਼ਮ ਆਗੂਆਂ ਨਾਲ ਸਰਕਾਰ ਬੈਠ ਕੇ ਮੀਟਿੰਗ ਕਰੀ ਆ, ਉਹਨਾਂ ਨੇ ਆਪਣੀ ਗੱਲ ਥੋਪਤੀ, ਸਾਡੀ ਕੋਈ ਉਹਦੇ ਵਿੱਚ ਸਹਿਮਤੀ ਨਹੀਂ ਲਈ। ਹਾਂ, ਅਸੀਂ ਅੱਗੇ ਗੱਲ ਵਧਾਉਣੀ ਚਾਹੀ ਕੱਚੇ ਮੁਲਾਜ਼ਮ ਪੱਕੇ ਕਰਨ ਵਾਲੀ ਪੁਰਾਣੀ ਪੈਨਸ਼ਨ ਸਕੀਮ ਦੀ ਕੰਟਰੈਕਟ ਵੇਜ ਨੂੰ ਪੱਕੇ ਕਰਨ ਬਾਰੇ। ਉਹਦੇ ਇੱਕ ਇਹੀ ਜਿਹੀ ਗੱਲ ਬ੍ਰਹਮ ਇੰਦਰਾ ਜੀ ਨੇ ਕਰੀ ਵੀ ਜਿਹੜੀ ਇੱਕ ਹਾਸੋਹੀਣ ਵੀ ਆ ਤੇ ਇੱਕ ਦਰਦ ਵੀ ਦਿੰਦੀ ਆ। ਉਹ ਕਹਿ ਰਹੇ ਨੇ ਕਿ ਕੰਟਰੈਕਟ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਸੀਗਾ, ਉਹ ਅਸੀਂ ਪੱਕੇ ਕਰਨੇ ਆ, ਉਹ ਸਾਡਾ ਮੁੱਦਾ, ਤੁਸੀਂ ਇਹਦੇ ਵਿੱਚ ਨਾ ਆਓ। ਤੇ ਹੁਣ ਮੈਨੂੰ ਯਾਦ ਕਰਾਉਣਾ ਮੀਡੀਆ ਰਾਹੀਂ ਵੀ ਜਿਹੜੇ ਕੰਟਰੈਕਟ ਤੇ ਕੱਚੇ ਮੁਲਾਜ਼ਮ ਥਾਂ ਥਾਂ ਧਰਨੇ ਲਈ ਬੈਠੇ ਨੇ, ਟੀਚਰ ਨੇ, ਚਾਹੇ ਕੋਈ ਹੋਰ ਵਿਭਾਗ ਦੇ ਕਲੈਰੀਕਲ ਨੇ, ਦਰਜਾਚਾਰ ਨੇ, ਉਹ ਸਮੁੱਚੀਆਂ ਜਥੇਬੰਦੀਆਂ ਸਾਂਝੇ ਫਰੰਟ ਦਾ ਹਿੱਸਾ ਨੇ। ਉਹਨਾਂ ਦੀ ਗੱਲ ਕਰਨੀ ਸਾਡੀ ਇੱਕ ਡਿਊਟੀ ਬਣਦੀ, ਅਸੀਂ ਕਰਨੀ ਚਾਹੀਏ। ਪਰ ਸਰਕਾਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਸਾਡੀਆਂ ਕਾਲੀਆਂ ਭੇਡਾਂ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਨੈਗੇਟਿਵਿਟੀ ਆ, ਖਾਸ ਤੌਰ ਤੇ ਪੰਜਾਬ ਦੇ ਵਿੱਚ ਸਾਡੇ 'ਚ ਗਦਾਰ ਬਹੁਤ ਹੁੰਦੇ ਨੇ। ਬਹੁਤ ਗਿਣਤੀ ਸਾਡੇ ਗਦਾਰਾਂ ਦੀ ਆ ਸਾਡੇ ਲੋਕਾਂ 'ਚ। ਅੰਗਰੇਜ਼ਾਂ ਨੇ ਵੀ ਰਾਹ ਸਾਡੇ ਗਦਾਰਾਂ ਕਰਕੇ ਕਰਿਆ ਤੇ ਅੱਜ ਸਰਕਾਰ ਜੇ ਸਾਡੇ ਤੇ ਹਾਵੀ ਹੋਈ ਆ, ਉਹ ਇੱਕ ਮੀਟਿੰਗ 'ਚੋਂ ਵਾਕਆਊਟ ਕਰਕੇ ਗਏ ਨੇ, ਉਹਦੇ ਪਿੱਛੇ ਵੀ ਕੁਝ ਗਦਾਰਾਂ ਦਾ ਹੱਥ ਆ। ਉਹ ਆਉਣ ਵਾਲੇ ਸਮੇਂ 'ਚ ਨੰਗੇ ਵੀ ਹੋਣਗੇ ਤੇ ਨੰਗੇ ਕਰਾਂਗੇ ਵੀ। ਉਹਨਾਂ ਨੂੰ ਭਰਮ ਭੁਲੇਖਾ ਸਰਕਾਰ ਨੂੰ ਇੱਕ ਵੀ ਇਹਨਾਂ 'ਚ ਮੀਟਿੰਗ 'ਚ ਗੱਲ ਵੀ ਹੋਈ ਆ ਵੀ ਜਿੰਨੇ ਸਾਥੀਆਂ ਨੂੰ ਤੁਸੀਂ ਹੁਣ ਤੱਕ ਦੁਸ਼ਮਣ ਸਮਝਦੇ ਸੀ, ਅੱਜ ਤੁਸੀਂ ਉਹ ਦੋਸਤ ਬਣਾਈ ਬੈਠੇ ਹੋ। ਸੋ ਕਿਤੇ ਨਾ ਕਿਤੇ ਉਹਨਾਂ ਕੋਲੇ ਅਜਿਹੀਆਂ ਗੈਰ ਜ਼ਿੰਮੇਵਾਰ ਜਾਂ ਕਹੂੰਗਾ ਝੂਠੀਆਂ ਜਿਹੀਆਂ ਗੱਲਾਂ ਗਈਆਂ ਨੇ। ਅਸੀਂ ਕਿਸੇ ਦੇ ਦੁਸ਼ਮਣ ਨਹੀਂ, ਸਾਡਾ ਸਾਰਾ ਕਾਡਰ ਇਕੱਠਾ, ਚਾਹੇ ਕਲੈਰੀਕਲ ਆ, ਨਾਨ ਕਲੈਰੀਕਲ ਆ, ਟੈਕਨੀਕਲ ਆ, ਚਾਹੇ ਦਰਜਾਚਾਰ ਆ, ਚਾਹੇ ਸਾਡਾ ਕੰਟਰੈਕਟ ਆ, ਚਾਹੇ ਸਾਡਾ ਕੱਚਾ, ਟੋਟਲ ਕੈਟਾਗਰੀਆਂ ਸਾਡੀਆਂ ਅਸੀਂ ਇਕੱਠੇ ਆ। ਕੁਛ ਕੁ ਹੁੰਦੇ ਨੇ ਗਦਾਰ ਜਾਂ ਇਹਨਾਂ ਦੇ ਚਾਰਟ ਤੇ ਲੱਗ ਕੇ, ਇਹ ਅਕਸਰ ਸਮਾਜ 'ਚ ਹੁੰਦਾ, ਉਹਨਾਂ ਦੇ ਸਿਰ ਤੇ ਚੜ ਕੇ ਸਰਕਾਰ ਬੋਲੀ ਆ। ਜੋ ਮਹਿਸੂਸ ਹੋ ਰਿਹਾ ਉਹ ਚੀਜ਼ਾਂ ਉਹਨਾਂ ਦੇ ਸਮਝ 'ਚ ਨੰਗੀਆਂ ਹੋਣਗੀਆਂ ਤੇ ਕਰਾਂਗੇ ਵੀ। ਪਰ ਜੋ ਸਾਡੇ ਸੀਨੀਅਰ ਸਾਥੀਆਂ ਨੇ ਗੱਲ ਕਰੀ ਆ, ਰਾਣਾ ਜੀ ਨੇ ਕਰੀ ਆ, ਜਰਮਨ ਜੀ ਨੇ ਕਰੀ ਆ, ਚਹਿਲ ਜੀ ਨੇ ਕਰੀ ਆ, ਵੀ ਅਸੀਂ ਸਰਕਾਰ ਨੂੰ ਚੁਕਾਵਾਂਗੇ ਮੁਲਾਜ਼ਮਾਂ ਦੇ ਏਕੇ ਤੇ ਬਲਬੂਤੇ ਨਾਲ। ਸਾਂਝਾ ਫਰੰਟ ਜੋ ਬਣਿਆ ਉਹ ਕੁਛ ਨਾ ਕੁਛ ਕਰਕੇ ਦਿਖਾਊਗਾ। ਜੇ ਸਰਕਾਰ ਅੱਜ ਵਾਕਆਊਟ ਕਰਕੇ ਗਈ ਆ ਤਾਂ ਕਿਤੇ ਨਾ ਕਿਤੇ ਸਾਨੂੰ ਵੀ ਖੁਸ਼ੀ ਆ ਵੀ ਸਰਕਾਰ ਸਾਡੇ ਨਾਲ ਡਿਬੇਟ ਕਰਨ ਤੋਂ ਭੱਜ ਰਹੀ ਆ। ਸਾਡੀਆਂ ਗੱਲਾਂ 'ਚ ਤਰਕ ਸੀ, ਲੌਜਿਕ ਸੀ। ਸਾਡੇ ਮਨਦੀਪ ਸਾਥੀ ਨੇ 100 ਜਿਹੜਾ ਡੀਏ ਦੀ ਗੱਲ ਕरें 111 ਦੀ, 119 ਦੀ ਜਿਹੜੀ ਲੌਜਿਕ ਨਾਲ ਗੱਲ ਕਰੀਏ 13 ਤੋਂ 19 ਵਾਲੀ, ਉਹ ਲੌਜਿਕ ਦੇ ਅੱਗੇ ਇਹਨਾਂ ਨੂੰ ਜਵਾਬ ਨਹੀਂ ਆਇਆ ਕਿਉਂਕਿ ਸਾਡੇ ਕੋਲ ਰਿਕਾਰਡ ਆ, ਸਾਡਾ ਰਿਕਾਰਡ ਤੇ ਸੱਚ ਬੋਲਦਾ। ਸਰਕਾਰ ਇੱਕ ਝੂਠ ਦਾ ਪਲੰਦਾ, ਮੈਂ ਕਹੂੰਗਾ ਝੂਠ ਦਾ ਪਲੰਦਾ ਪੇਸ਼ਕਾਰੀ ਸੀ, ਡਿਬੇਟ ਕਰਨ ਤੋਂ ਭੱਜੀ ਆ। ਤੇ ਆਉਣ ਵਾਲੇ ਸਮੇਂ ਸਰਕਾਰ ਨੂੰ ਜ਼ਰੂਰ ਘੇਰਾਂਗੇ। ਇੱਕ ਗੱਲ ਜ਼ਰੂਰ ਆ ਵੀ ਸਾਡੇ ਇੱਕ ਸੀਨੀਅਰ ਮੰਤਰੀ ਨੇ ਬਲਵੀਰ ਸਿੰਘ ਸਿੱਧੂ, ਉਹਨਾਂ ਦਾ ਮੀਟਿੰਗ 'ਚ ਵਤੀਰਾ ਕੁਝ ਅਜੀਬੋ ਗਰੀਬ ਜਿਹਾ ਸੀਗਾ। ਜਿੱਦਾਂ ਸਾਥੀ ਚਹਿਲ ਜੀ ਨੇ ਗੱਲ ਕਰੀ ਆ, ਅਨਰਿਵਾਈਜ਼ਡ ਨੂੰ ਅਸੀਂ ਬਾਖੂਬੀ ਗੱਲ ਰੱਖੀ ਹੈ ਵੀ ਉਹਨਾਂ ਨੂੰ ਵੀ ਬਰਾਬਰ ਲੈ ਕੇ 2011 'ਚ ਉਹ ਸਾਡਾ ਭਾਈਚਾਰਾ ਸਾਡੇ ਤੋਂ ਪਛੜ ਗਏ ਸੀ। ਉਹਨਾਂ ਦੀਆਂ ਤਨਖਾਹਾਂ ਗ੍ਰੇਡ ਰਿਵਾਈਜ਼ ਨਹੀਂ ਹੋਏ। ਉਹਨਾਂ ਦਾ ਅੱਗੋਂ ਗੱਲ ਕੀਤੀ ਤੁਹਾਡੀ 26% ਵੱਧ ਗਈ, ਤੁਸੀਂ 5-7% ਉਹਨਾਂ ਨੂੰ ਦੇ ਦਿਓ। ਇੱਕ ਹਾਸੋਹੀਣ ਗੱਲ ਆ ਵੀ ਇਹ ਕੋਈ ਤਰਕ ਥੋੜੀ ਹੁੰਦਾ ਸਰਕਾਰਾਂ ਦਾ ਕਿ ਜ਼ਿੰਮੇਵਾਰ ਮੰਤਰੀ ਇਹ ਗੱਲ ਕਰਨ। ਤਾਂ ਮੈਂ ਕਹੂੰਗਾ ਵੀ ਉਹ ਸਾਡੀਆਂ ਮੰਗਾਂ ਲਈ ਕਿੰਨੇ ਕੁ ਗੰਭੀਰ ਨੇ ਤੇ ਸਮਾਜ ਦੇ ਸੇਵਾ ਕਰਨ ਲਈ ਤੇ ਪੰਜਾਬ ਦੀ ਡਿਵੈਲਪਮੈਂਟ ਲਈ, ਪੰਜਾਬ ਦੀ ਬਿਹਤਰੀ ਲਈ ਉਹ ਕਿੰਨੇ ਕੁ ਗੰਭੀਰ ਹੋ ਸਕਦੇ ਨੇ। ਅੱਜ ਦੀ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ। ਜੋ ਨਾਨ ਟੈਕਨੀਕਲ ਗੱਲਾਂ ਨੇ ਅਸੀਂ ਉਹਨਾਂ ਨੂੰ ਕਿਵੇਂ ਦੇ ਦਾਂਗੇ। ਹਾਂ, ਤੁਸੀਂ ਜਿਹੜੀਆਂ 7-7 ਪੈਨਸ਼ਨਾਂ ਲੈਂਦੇ ਹੋ ਦੇ ਦਿਓ, 6 ਕੁਰਬਾਨ ਹੋ ਤੇ ਕਰ ਦਿਓ। ਜਿਹੜੇ ਸਰਕਾਰ ਦਾ ਟੈਕਸ, ਮੰਤਰੀਆਂ ਦਾ, ਐਮਐਲਏ ਦਾ ਟੈਕਸ ਸਾਡੇ ਇਨਕਮ ਟੈਕਸ ਚੋਂ ਪੇ ਹੋ ਰਿਹਾ, ਤੁਸੀਂ ਉਹ ਛੱਡ ਦਿਓ। ਤੁਸੀਂ ਸਰਕਾਰੀ ਸਹੂਲਤਾਂ ਲੈਂਦੇ ਹੋ, ਤੁਹਾਡੀਆਂ ਆਲੀਸ਼ਾਨ ਕੋਠੀਆਂ ਨੇ ਉਹ ਛੱਡ ਕੇ ਸਰਕਾਰੀ ਮਹਿਲਾਂ 'ਚ ਰਹਿ ਰਹੇ ਹੋ। ਜਿਹੜੀ ਵੀ ਸਰਕਾਰ ਆਉਂਦੀ ਆ ਪੁਰਾਣੇ ਏਸੀ ਪਟਾਉਂਦੀ ਆ, ਪੁਰਾਣਾ ਫਰਨੀਚਰ ਚੇਂਜ ਕਰਦੀ ਆ, ਕਿ ਦੂਜੇ 'ਚ ਕੀੜੇ ਪਏ ਹੋਏ ਨੇ। ਜੇ ਸਾਡੇ ਮੁਲਾਜ਼ਮ ਨੂੰ ਬੈਠਣ ਲਈ ਕੁਰਸੀ ਮਿਲਦੀ ਆ ਵੀ ਬਿਨਾਂ ਲੱਤ ਤੋਂ ਹੁੰਦੀ ਆ, ਅਸੀਂ ਉਹ 'ਤੇ ਵੀ ਬੈਠ ਕੇ ਕੰਮ ਕਰਨ ਨੂੰ ਤਿਆਰ ਆ ਵੀ ਇਹ ਸਰਕਾਰ ਚਲਾਉਣੀ ਆ ਤੇ ਬੱਚੇ ਪੜ੍ਹ ਰਹੇ ਆ। ਸੋ ਕਹਿਣ ਤੋਂ ਬਾਅਦ ਸਾਡੇ ਮੁਲਾਜ਼ਮ ਵਰਗ ਸਾਰਾ ਬੜਾ ਗੰਭੀਰ ਆ ਆਪਣੇ ਭਾਈਚਾਰੇ ਖਾਤਰ। ਤੇ ਸਰਕਾਰ ਅੱਜ ਆਪਣੀ ਜੋ ਜ਼ਿੰਮੇਵਾਰੀ ਸੀ ਉਹ ਤੋਂ ਭਾਈ ਦੀ ਨਜ਼ਰ ਆਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਾ ਨਤੀਜਾ ਜ਼ਰੂਰ ਸਾਹਮਣੇ ਆਊ। ਸਾਡੇ ਸੀਨੀਅਰ ਸਾਥੀ ਠਾਕਰ ਜੀ ਬੜੇ ਤਰਕ ਨਾਲ ਇਹ ਗੱਲਾਂ ਕਰਦੇ ਨੇ, ਸਾਗਰ ਜੀ, ਇਹਨਾਂ ਦਾ ਆਸ਼ੀਰਵਾਦ ਆ, ਨੌਜਵਾਨਾਂ ਦਾ ਜੋਸ਼ ਆ। ਆਉਣ ਵਾਲੇ ਸਮੇਂ ਸਰਕਾਰ ਨੂੰ ਜ਼ਰੂਰ ਘੇਰਾਂਗੇ, ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਅਸੀਂ ਲੈ ਕੇ ਰਹਾਂਗੇ। ਤੁਹਾਨੂੰ ਲੱਗਦਾ ਕਿ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਜਿਵੇਂ ਤੁਸੀਂ ਅਨਰਿਵਾਈਜ਼ਡ ਕੈਟਾਗਰੀ ਵਾਲਿਆਂ ਦੀ ਗੱਲ ਕੀਤੀ ਹੈ, ਉਹ ਵੀ ਕਿਤੇ ਨਾ ਕਿਤੇ ਕਿਉਂਕਿ ਜਿਵੇਂ ਉਹਨਾਂ ਨੇ ਤੁਹਾਡੇ ਤੋਂ ਆਸਾਂ ਨੇ, ਉਹਨਾਂ ਨੇ ਤੁਸੀਂ ਸਾਰਿਆਂ ਵੱਲੋਂ ਜਾਂਦੇ ਹੋ, ਆਗੂ ਬਣ ਕੇ ਗੱਲ ਰੱਖਦੇ ਹੋ ਸਾਰਿਆਂ ਦੀ। ਪਰ ਜਿਵੇਂ ਕਿ ਹੁਣ ਤੁਸੀਂ ਵੀ ਦੱਸ ਰਹੇ ਸੀਗੇ ਕਿ ਸਰਕਾਰ ਜਦੋਂ ਇਸ ਵਿਸ਼ਾ ਚੱਲਦਾ ਤਾਂ ਕਹਿ ਦਿੰਦੀ ਹੈ ਕਿ ਇਹ ਤਾਂ ਮੁੱਦਾ ਹੀ ਨਹੀਂ ਜੀ, ਇਹਨੂੰ ਨਾ ਡਿਸਕਸ ਕਰੋ। ਸੋ ਅਗਰ ਉਹ ਇਹ ਮੁੱਦਾ ਵਿੱਚ ਮੀਟਿੰਗ ਦੇ ਡਿਸਕਸ ਨਾ ਹੋਇਆ, ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਉਹ ਸਾਥੀ ਨੇ 30 ਤੋਂ 40% ਨੇ, ਜੇ ਉਹ ਟੁੱਟ ਕੇ ਆਪਦਾ ਅਲੱਗ ਫਰੰਟ ਬਣਾ ਲੈਂਦੇ ਨੇ ਫਿਰ ਕੋਈ ਪ੍ਰੋਬਲਮ ਆ ਸਕਦੀ? ਜੇ ਤੁਸੀਂ ਦੋ ਫਾੜ ਹੋ ਗਏ, ਸਰਕਾਰ ਫਾਇਦਾ ਤਾਂ ਨਹੀਂ ਚੱਕਣਾ ਚਾਹ ਰਹੀ? ਇਹ ਠਾਕਰ ਜੀ ਵੀ ਜਵਾਬ ਦੇਣਗੇ, ਮੈਂ ਵੀ ਦੇਣਾ। ਪਹਿਲੀ ਤਾਂ ਗੱਲ ਇਹ ਹੈਗੀ ਆ ਜਿਹੜੀ ਸਾਡਾ ਇਹ ਸਾਂਝਾ ਫਰੰਟ ਆ, ਇਹਦੇ ਚ ਅਨਰਿਵਾਈਜ਼ਡ ਕਨਵੀਨਰ ਨੇ ਦੋ, ਇਹ ਨਹੀਂ ਹੈ ਵੀ ਕਨਵੀਨਰ ਨਹੀਂ ਹੈ। ਉਹ ਮਿੱਤਰਾਂ ਨੂੰ ਬਿਲਕੁਲ ਇਹ ਭੁਲੇਖਾ
ਉਹ ਤਾਂ ਉਹ ਚੱਕੀ ਹੋਈ ਲੰਬੜਾਂ ਦੀ, ਸਮਝੇ ਗੱਲ ਕਿ ਨਹੀਂ, ਨਾਲ ਨਾਲ ਹੁਣ ਕੀ ਕਹਾਂ ਮੈਂ ਉਹਨਾਂ ਬਾਰੇ, ਸਮਝੇ ਗੱਲ ਕਿ ਨਹੀਂ। ਦੂਸਰੀ ਗੱਲ, ਇਹ ਪਹਿਲਾ ਪੇ ਕਮਿਸ਼ਨ ਆ, ਪਹਿਲੀ ਸਰਕਾਰ ਆ ਜਿਹੜੀ ਚੌਥੇ ਪੇ ਕਮਿਸ਼ਨ, ਪੰਜਵੇਂ ਪੇ ਕਮਿਸ਼ਨ, ਸੈਂਟਰ ਦੇ ਪੇ ਕਮਿਸ਼ਨ ਤੋਂ ਨੱਠ ਰਹੀ ਹੈ। ਉਹਨਾਂ ਨੇ ਸਾਨੂੰ ਸਾਡੇ ਟੋਟਲ ਅਨਮਾਲੂਮੈਂਟਸ 116, 196, 116 ਨੂੰ ਜੋ ਮਾਲੂਮੈਂਟ ਸੀਗੇ ਉਹਨਾਂ ਨੂੰ ਪਲੱਜ ਕਰਕੇ ਉਹ 'ਤੇ ਲਾਭ ਦਿੱਤਾ। ਇਹ ਸਾਨੂੰ ਖਾਤੇ ਦੇ ਰਹੀ ਹੈ 1/15 ਤੋਂ, 1/15 ਤੋਂ ਦੇ ਰਹੀ ਹੈ, ਜਦ ਕਿ ਪੇ ਕਮਿਸ਼ਨ ਕਦੋਂ 31/12/15 ਦੀ ਗੱਲ ਕਰ ਰਿਹਾ ਹੈਗਾ। ਇਹ ਸਿੱਧੀ ਅਣਹੋਣੀ ਗੱਲ ਹੈ। ਇਹ ਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ, ਪੈਨਸ਼ਨਰਾਂ ਨੂੰ ਜਾਂ ਦੂਜੀਆਂ ਧਿਰਾਂ ਨੂੰ ਸਮਝ ਲੈਣਾ ਚਾਹੀਦਾ, ਇਹ ਸਰਕਾਰ ਤੋਂ ਖੋਹ ਰਹੀ ਹੈ। ਤੁਹਾਡੇ ਕੋਲੋਂ ਖੋਹਣ ਵਾਸਤੇ ਪੇ ਕਮਿਸ਼ਨ ਆ ਰਿਹਾ, ਜੇ ਉਹਨਾਂ ਨੇ ਕਹਾਉਣਾ ਆਪਣੇ ਹੱਕ ਨਹੀਂ ਲੈਣੇ ਤਾਂ ਉਹਨਾਂ ਦੀ ਮਰਜ਼ੀ ਹੈ, ਪਰ ਇਹ ਸਰਕਾਰ ਸਾਨੂੰ ਜਿਹੜਾ ਸਾਡੇ ਹੱਕ ਨੇ ਉਹ ਦੇ ਨਹੀਂ ਰਹੀ, ਉਹ ਤੋਂ ਅੱਜ ਇਹ ਮੁਨਕਰ ਹੋ ਗਈ ਹੈ। ਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹੂੰਗਾ ਜੀ, ਮੇਰੇ ਸਟਾਕਰ ਜੀ ਨੇ ਬੜੀ ਇੱਕ ਪੰਜਾਬੀ ਕਹਾਵਤ ਆ, ਚੱਕੀ ਹੋਈ ਲੰਬੜਾਂ ਦੀ, ਉਹ ਚੱਕੇ ਹੋਏ ਨੇ, ਉਹਨਾਂ ਦੀ ਗਿਣਤੀ ਨਾ ਮਾਤਰ ਆ, ਬਿਲਕੁਲ ਸਪਸ਼ਟ ਉਹਦੇ ਵਿੱਚ ਸਾਡੇ ਨਾਲ ਅਨਰਿਵਾਈਜ਼। ਕੰਗੋੜਾ ਸਾਹਿਬ ਉਹ ਕਹਿ ਰਹੇ ਨੇ ਕਿ ਸਾਡੀ 50% ਗਿਣਤੀ ਬਣਦੀ ਹੈਗੀ ਹੈ, ਉਹ ਕਾਫੀ ਵੱਡੀ ਗਿਣਤੀ ਦੱਸ ਰਹੇ ਨੇ, ਤੇ ਉਹ ਕਹਿ ਰਹੇ ਨੇ ਪਹਿਲਾਂ ਵੀ ਜਦੋਂ ਵੱਡੇ ਪ੍ਰੋਗਰਾਮ ਲਿਖੇ ਜਾਂਦੇ, ਤੁਸੀਂ ਦੱਸ ਰਹੇ ਸੀਗੇ ਪਟਿਆਲੇ ਦੇ ਵਿੱਚ ਮੁਲਾਜ਼ਮਾਂ ਵੱਲੋਂ ਵੱਡੀ ਇੱਕ ਰੈਲੀ ਹੋਈ ਸੀਗੀ, ਉਹ ਕਹਿੰਦੇ ਉਹ 'ਚ ਵੀ ਸਾਡਾ ਵੱਡਾ ਯੋਗਦਾਨ ਹੁੰਦਾ, ਕਾਫੀ ਗਿਣਤੀ ਹੁੰਦੀ ਹੈ, ਸੋ ਸਾਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਦੇਖੋ ਜੀ, ਬਿਲਕੁਲ ਅਨਰਿਵਾਈਜ਼ਡ ਸਕੇਲ ਦੀ ਕੈਟਾਗਰੀ ਹੈ ਜਿਹੜੀ, ਮੈਂ ਕਹੂੰਗਾ ਇੱਕ ਵੱਖਰੀ ਕੈਟਾਗਰੀ ਬਣ ਗਈ। ਇਹ ਤਕਰੀਬਨ ਟੋਟਲ ਸਾਡੇ ਕਾਡਰ ਦਾ 20-30% ਆ, ਉਹਦੇ ਵਿੱਚ ਬਕਾਇਦਾ ਤੌਰ ਤੇ ਅਨਰਿਵਾਈਜ਼ਡ ਦੇ ਸਾਡੇ ਸੁਖਦੇਵ ਸਿੰਘ ਸੈਣੀ ਸਾਡੇ ਕਨਵੀਨਰ ਨੇ ਫਰੰਟ ਦੇ ਵਿੱਚ, ਇਹ ਬਾਖੂਬੀ ਦੀ ਗੱਲ ਰੱਖਦੇ ਨੇ, ਇਹ ਖੁਦ ਵੀ ਪ੍ਰਭਾਵਿਤ ਨੇ। ਕਹਿਣ ਤੋਂ ਭਾਵ ਵੀ ਅਨਰਿਵਾਈਜ਼ਡ ਦੀ ਅਗਵਾਈ ਕਰਨ ਵਾਲੇ ਸਾਰੇ ਸਾਡੇ 'ਚ ਸ਼ਾਮਲ ਨੇ। ਉਹ ਕੁਝ ਕੁ ਹੁੰਦੇ ਨੇ ਜਿਹੜੇ ਚੌਧਰ ਦੇ ਭੁੱਖੇ ਨੇ, ਜਾਂ ਜਿਨ੍ਹਾਂ ਨੇ ਜਾ ਕੇ ਆਪਣੀਆਂ ਫੇਸਬੁੱਕ ਤੇ ਜਾਂ ਵਟਸਐਪ ਤੇ ਵੀਡੀਓਜ਼ ਪਾ ਕੇ ਇੱਕ ਵਾਹਵਾ ਖੱਟਣੀ ਹੁੰਦੀ ਆ। ਸੋ ਮੈਂ ਤੁਹਾਡੇ ਮੀਡੀਆ ਨੇ ਨੂੰ ਜ਼ਰੂਰ ਇਹ ਬੇਨਤੀ ਕਰੂੰ ਭਰਾਵਾਂ ਨੂੰ ਵੀ ਤੁਸੀਂ ਸਿਆਣਪ ਤੋਂ ਕੰਮ ਲਓ। ਸਰਕਾਰਾਂ ਵੀ ਚਾਹੁੰਦੀਆਂ ਨੇ ਫੁੱਟ ਪਾਓ ਰਾਜ ਕਰੋ। ਅੰਗਰੇਜ਼ਾਂ ਦਾ ਜੋ ਮੈਂ ਇਹਨਾਂ ਨੇ ਵੀ ਝੂਠਾ ਹੀ ਖਾਦਾ, ਉਹ ਕਹਿੰਦੇ ਨੇ ਪਹਿਲਾਂ ਗੋਰਿਆਂ ਨੇ ਲੁੱਟਿਆ, ਹੁਣ ਸਾਡੇ ਆਪਦੇ ਕਾਲੇ ਗੋਰੇ ਬਣ ਕੇ ਸਾਨੂੰ ਲੁੱਟ ਰਹੇ ਨੇ। ਸੋ ਇਹ ਸਾਨੂੰ ਲੁੱਟਣਾ ਚਾਹੁੰਦੇ ਨੇ, ਅਸੀਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਵਾਂਗੇ। ਅਨਰਿਵਾਈਜ਼ਡ ਮੈਂ ਕਹੂੰਗਾ 100 ਦੇ ਵਿੱਚੋਂ 90% ਜਿਹੜਾ ਮੁਲਾਜ਼ਮ ਸਾਡੇ ਨਾਲ ਖੜਾ। ਆਉਣ ਵਾਲੀ 18 ਅਗਸਤ ਨੂੰ ਇਹਨਾਂ ਦੀ ਇੱਕ ਇਲੈਕਟਡ, ਮਤਲਬ ਇੱਕ ਅਲੱਗ ਇਹਨਾਂ ਦੀ ਕੈਟਾਗਰੀ ਇਕੱਠੀ ਅਨਰਿਵਾਈਜ਼ਡ ਦੀ, ਉਹਨਾਂ ਦੀ ਇੱਕ ਰੈਲੀ ਹੋਣ ਜਾ ਰਹੀ ਹੈ ਪਟਿਆਲੇ। ਤੁਸੀਂ ਉਹਨੂੰ ਕਵਰ ਕਰਿਓ, ਤੁਹਾਨੂੰ ਪਤਾ ਲੱਗ ਜੂ ਵੀ ਅਨਰਿਵਾਈਜ਼ਡ ਸਾਡੇ ਸਾਥੀ ਜਿਹੜੇ ਫਰੰਟ ਦੇ ਨਾਲ ਜੁੜੇ ਨੇ ਉਹ ਕਿੰਨੀ ਗਿਣਤੀ ਆ, ਤੇ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਦੀ ਕਿੰਨੀ ਗਿਣਤੀ ਆ। ਸੋ ਇਹ ਕਾਲੀਆਂ ਭੇਡਾਂ ਹਰ ਇੱਕ ਸਮਾਜ ਦੇ ਵਰਗ 'ਚ ਹੁੰਦੀਆਂ ਨੇ। ਇੱਕ ਆਪਾਂ ਪਰਿਵਾਰ ਤੋਂ ਸ਼ੁਰੂ ਹੋ ਜਾਂਦੇ ਆ। ਇੱਕ ਪਰਿਵਾਰ ਦੇ ਵਿੱਚ ਵੀ ਨਕਾਰਾਤਮਕ ਹੁੰਦੇ ਨੇ, ਪਰਿਵਾਰ ਤੋਂ ਅੱਗੇ ਆਪਾਂ ਜੀ ਪੰਚਾਇਤ 'ਚ, ਪੰਚਾਇਤ ਤੋਂ ਅੱਗੇ ਤਹਿਸੀਲ 'ਚ, ਜ਼ਿਲ੍ਹੇ 'ਚ। ਸੋ ਹਰ ਇੱਕ ਕੈਟਾਗਰੀ, ਹਰ ਇੱਕ ਵਰਗ 'ਚ ਚੀਜ਼ਾਂ ਹੁੰਦੀਆਂ ਨੇ। ਸਾਨੂੰ ਕੋਈ ਪਰਵਾਹ ਨਹੀਂ, ਸਾਡਾ ਇੱਕ ਆ, ਸਾਡੀ ਮੈਜੋਰਟੀ ਬਣੀ ਹੋਈ ਆ ਸਭ ਦੀ। ਫਰੰਟ ਇੱਕ ਜਿਹੀ ਚੀਜ਼ ਲੈ ਕੇ ਆ ਰਹੇ ਆ, ਭਵਿੱਖ ਵਿੱਚ ਮੁਲਾਜ਼ਮਾਂ ਨੂੰ ਬਹੁਤ ਆਸਾਂ ਨੇ, ਜੋ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਾਂ ਦੀਆਂ ਆਸਾਂ ਤੇ ਸਾਡਾ ਫਰੰਟ ਖਰਾ ਉਤਰੂਗਾ। ਸਾਡੇ ਕੋਲੇ ਤਾਕਤ ਸਾਡੇ ਮੁਲਾਜ਼ਮਾਂ ਦੀ, ਅਸੀਂ ਕੁਛ ਨਹੀਂ, ਅਸੀਂ ਤਾਂ ਇੱਕ ਗੱਲ ਰੱਖੇ ਆਉਂਦੇ ਆ ਸਰਕਾਰ ਕੋਲੇ। ਜੇਕਰ ਉਹ ਮੰਨਦੀ ਆ ਗੋਡਾ, ਨਹੀਂ ਮੰਨਦੀ ਤਾਂ ਉਹਨਾਂ ਦੇ ਜੋ ਨੈਗੇਟਿਵਿਟੀ ਆ, ਜੋ ਐਕਚੁਅਲ ਅੰਦਰ ਹੁੰਦਾ ਡਰਾਮਾ ਕੋਈ ਨਹੀਂ, ਸੱਚਾਈ ਆ, ਅਸੀਂ ਤੁਹਾਡੇ ਰਾਹੀਂ ਦੱਸ ਦੇਣਾ ਆਪਣੀ ਮੁਲਾਜ਼ਮਾਂ ਨੂੰ। ਅੱਗੇ ਜੋ ਸਾਡੇ ਮੁਲਾਜ਼ਮ ਹੁਕਮ ਕਰਨਗੇ ਅਸੀਂ ਇਹਨਾਂ ਦੀ ਪਾਲਣਾ ਕਰਾਂਗੇ। ਸਾਡੇ ਕੋਲੇ ਤਾਕਤ ਸਾਡੇ ਮੁਲਾਜ਼ਮਾਂ ਦੀ ਆ। ਸੋ ਤਾਕਤ ਆਉਣ ਵਾਲੀ ਇਲੈਕਸ਼ਨ 2022 ਦੇ ਵਿੱਚ ਬਾਖੂਬੀ ਅਸੀਂ ਵਰਤਾਂਗੇ ਤੇ ਵਰਤ ਕੇ ਦਿਖਾਵਾਂਗੇ। ਜਿਹੜੇ ਆ ਸਾਨੂੰ ਇੱਥੋਂ ਮੀਟਿੰਗਾਂ 'ਚੋਂ ਭੱਜ ਰਹੇ ਨੇ ਅੱਜ ਸਾਡੇ ਤੋਂ ਗੱਲ ਕਰਨ ਤੋਂ, ਉਹ 2022 'ਚ ਸਾਡੇ ਕੋਲੇ ਮੀਟਿੰਗਾਂ ਕਰਨ ਆਉਣਗੇ, ਪਰ ਅਸੀਂ ਮੀਟਿੰਗਾਂ ਨਹੀਂ ਕਰਨੀਆਂ, ਉਹਨਾਂ ਨੂੰ ਗੱਲਾਂ ਯਾਦ ਕਰਾਉਣੀਆਂ। ਤੇ ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਸਿਰਫ ਉਹੀ ਪਾਰਟੀ ਅੱਗੇ ਆਊਗੀ ਜਿਹੜੀ ਮੁਲਾਜ਼ਮ ਵਰਗ ਦੀ ਗੱਲ ਕਰੂ, ਪੈਨਸ਼ਨਰ ਦੀ ਗੱਲ ਕਰੂ, ਸਮਾਜ ਦੀ ਗੱਲ ਕਰੂ, ਸਾਡੇ ਪਛੜੇ ਹੋਏ ਲੋਕਾਂ ਦੀ ਗੱਲ ਕਰੂ। ਇਹ ਜਿਹੜੇ ਲਾਰੇਬਾਜ਼ੀ ਉੱਤਰ ਕਾਟੋ ਤੇਰੀ ਵਾਰੀ ਜਾਂ ਕਾਟੋ ਵਾਲੀ ਇੱਕ ਗੱਲ ਚੱਲੀ ਆ ਰਹੀ ਹੈ ਨਾ, ਉੱਤਰ ਕਾਟੋ ਮੇਰੀ ਵਾਰੀ ਤੇਰੀ ਵਾਰੀ, ਉਹ ਜਿਹੜਾ ਸਿਸਟਮ ਖਤਮ ਹੋਣ ਜਾ ਰਿਹਾ। ਕਿਉਂਕਿ ਅੱਜ ਕਿਸਾਨ ਮਜ਼ਦੂਰ ਸਭ ਇੱਕ ਹੋਏ ਪਏ ਨੇ। ਕਿਸਾਨ ਮਜ਼ਦੂਰ ਦੇ ਜੋ ਇੱਕ ਆ, ਉਹਨਾਂ ਦੇ ਅੰਦੋਲਨ ਤੋਂ ਬਾਅਦ ਦੂਜਾ ਜੇ ਲਾਈਏ ਤਾਂ ਸਾਡੇ ਮੁਲਾਜ਼ਮ ਵਰਗ ਦਾ ਇੱਕ ਅੰਦੋਲਨ ਸ਼ੁਰੂ ਹੋਇਆ, ਜਿਹਦੇ ਪੰਜਾਬ ਦੇ ਵਾਸੀਆਂ ਨੂੰ ਕੋਈ ਉਮੀਦਾਂ ਨੇ ਵੀ ਕੋਈ ਚੇਂਜ ਆਊਗੀ ਪੰਜਾਬ 'ਚ। ਸੋ ਉਹਨਾਂ ਦੀਆਂ ਅਸੀਸਾਂ, ਉਹਨਾਂ ਦੀ ਦੁਆਵਾਂ ਸਾਡੇ ਕੰਮ ਆਉਣ ਤੇ ਸਾਡੀ ਮਿਹਨਤ ਵੀ ਸਾਨੂੰ ਰਾਸ ਆਵੇ। ਆਉਣ ਵਾਲਾ ਸਮਾਂ ਸਾਡੇ ਮੁਲਾਜ਼ਮਾਂ ਤੇ ਪੈਨਸ਼ਨਰ ਚੰਗਾ ਹੋਵੇ ਤੇ ਅਸੀਂ ਉਹਨਾਂ ਦੇ ਹੱਕ ਦੀ ਜਾਇਜ਼ ਮੰਗ ਉਹਨਾਂ ਦੀ ਝੋਲੀ ਪਾਈਏ। ਜੀ ਮੀਟਿੰਗ ਦਾ ਹੁਣ ਦੱਸੋ, ਕੋਈ ਅਗਲੀ ਮੀਟਿੰਗ ਹੋਵੇ? ਅੱਜ ਤੱਕ ਕਿਉਂਕਿ ਕੋਈ ਇਸ ਬਾਰੇ ਗੱਲ ਨਹੀਂ ਹੋਈ, ਵਾਕਆਊਟ ਕਰ ਗਏ ਸੀਗੇ। ਤੁਸੀਂ ਕੀ ਸੋਚਿਆ? ਤੁਸੀਂ ਉਸ ਤੋਂ ਬਾਅਦ ਖੁਦ ਦੀ ਜਿਹੜੀ ਮੀਟਿੰਗ ਕੀਤੀ ਹੈ ਸਰਕਾਰ ਨਾਲ, ਹੁਣ ਸਬ ਕਮੇਟੀ ਨਾਲ ਕੋਈ ਮੀਟਿੰਗ ਕਰੋਗੇ ਜਾਂ ਨਹੀਂ? ਤੇ ਦੂਜੀ ਗੱਲ ਇਹ ਵੀ ਦੱਸੋ, ਹੁਣ ਮੱਥਾ ਉਹਨਾਂ ਨਾਲ ਕਿਵੇਂ ਲਾਓਗੇ? ਅਗਲੇ ਜਿਹੜੇ ਪ੍ਰੋਗਰਾਮ ਨੇ ਉਹ ਦੁਬਾਰਾ ਇੱਕ ਵਾਰ ਦੱਸ ਦਿਓ ਕਿ ਕਿਵੇਂ ਜਿਹੜੇ ਆ ਕੀ ਪਲਾਨ ਕਰ ਰਹੇ ਹੋ? ਦੇਖੋ ਜੀ, ਗੱਲ ਇੱਕ ਸਤਿੰਦਰ ਸਰਤਾਜ ਕਹਿੰਦਾ ਬਿਨਾਂ ਬੁਲਾਏ ਕਿਸੇ ਦੇ ਘਰ ਨਹੀਂ ਜਾਈਦਾ, ਆਪਣੀ ਕਦਰ ਘਟ ਜਾਂਦੀ ਆ। ਸੋ ਬਿਨਾਂ ਬੁਲਾਏ ਅਸੀਂ ਨਹੀਂ ਮੀਟਿੰਗ ਕਰਾਂਗੇ। ਸਾਡੀ ਵੀ ਕੋਈ ਕਦਰ ਆ, ਸਾਡੀ ਕਦਰ ਸਾਡਾ ਮੁਲਾਜ਼ਮ ਵਰਗ ਆ। ਸਾਡੇ
ਸਾਡੇ ਮੁਲਾਜ਼ਮਾਂ ਦੀ ਡਿਸਰਿਸਪੈਕਟ ਹੈ ਜੀ। ਸਾਨੂੰ ਅੱਜ ਆਹ ਕੁਛ ਕੀਤਾ, ਸਾਡੀ ਨਹੀਂ ਸਾਡੇ ਮੁਲਾਜ਼ਮਾਂ ਦੀ ਆ। ਸਾਡੇ ਜਿਹੜੇ ਐਕਸ਼ਨ ਨੇ ਉਹ ਬਾਖੂਬੀ ਰਾਣਾ ਜੀ ਨੇ, ਜਰਮਨ ਜੀ ਨੇ ਦੱਸਦੇ ਨੇ। ਪਰਸੋਂ ਤੋਂ ਸਾਡੇ ਐਕਸ਼ਨ ਸ਼ੁਰੂ ਹੋ ਰਹੇ ਨੇ, ਉਹ ਬਾਖੂਬੀ ਤਹਿਸੀਲ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਲੈਵਲ ਤੇ ਹੋਣਗੇ। ਹਾਂ, ਜੇ ਉਹ ਚੀਜ਼ਾਂ ਤੋਂ ਸਰਕਾਰ ਨੂੰ ਜਿਹੜੀ ਇਹਨਾਂ ਦੀ ਥੋੜੀ ਕਹੂੰਗਾ ਸੁਰਤ ਟਿਕਾਣੇ ਆ ਗਈ ਤਾਂ ਸਾਨੂੰ ਮੀਟਿੰਗ ਦਾ ਸੱਦਾ ਆਜੂ, ਅਸੀਂ ਮੀਟਿੰਗ ਕਰ ਲਾਂਗੇ। ਅਦਰਵਾਈਜ਼ ਜੋ ਇਹ ਭਜਦੇ ਨੇ ਬਾਣ ਬਰਾਬਰ ਨੇ, ਇਹ ਆਪਦਾ ਜ਼ੋਰ ਲਾ ਲੈਣ, ਅਸੀਂ ਆਪਦਾ ਲਾਵਾਂਗੇ। ਜੋ ਕਹਿੰਦੇ ਨੇ ਅਖੀਰ 'ਚ ਜਿੱਤ ਕਿਹਦੀ ਹੁੰਦੀ ਆ? ਸੱਚ ਦੀ ਹੁੰਦੀ ਆ। ਪ੍ਰਮਾਤਮਾ ਕਿਹਦਾ ਸਾਥ ਦਿੰਦਾ? ਸੱਚ ਦਿੰਦਾ। ਸੋ ਅਸੀਂ ਸੱਚਿਆਂ, ਭੀਖ ਨਹੀਂ ਮੰਗਦੇ, ਹੱਕ ਮੰਗਦੇ ਆ। ਜ਼ਰੂਰ ਪ੍ਰਮਾਤਮਾ ਸਾਡੀ ਗੱਲ ਸੁਣੋ ਤੇ ਸਾਡੇ ਹੱਕ ਸਾਨੂੰ ਮਿਲਣਗੇ ਜੀ। ਸ਼ੁਕਰੀਆ ਜੀ। ਸੋ ਗੱਲਬਾਤ ਕਰ ਰਹੇ ਸੀਗੇ ਸਾਰੇ ਜਿਹੜੇ ਮੁਲਾਜ਼ਮਾਂ ਦੇ ਆਗੂ ਨੇ, ਬਾਹਰ ਆ ਚੁੱਕੇ ਨੇ। ਸਬ ਕਮੇਟੀ ਦੇ ਨਾਲ ਮੀਟਿੰਗ ਹਾਲਾਂਕਿ ਜਿਵੇਂ ਕਿ ਪੂਰੀ ਨਹੀਂ ਹੋ ਸਕੀ, ਜਿਵੇਂ ਕਿ ਦੱਸ ਰਹੇ ਸੀਗੇ ਸਰਕਾਰ ਦੇ ਜਿਹੜੇ ਸੀਗੇ ਨੁਮਾਇੰਦੇ ਸੀਗੇ ਉਹ ਵਾਕਆਊਟ ਕਰ ਗਏ ਸੀਗੇ। ਉਸ ਤੋਂ ਬਾਅਦ ਇਹਨਾਂ ਦੀ ਖੁਦ ਦੀ ਜਿਹੜੀ ਮੀਟਿੰਗ ਹੈ ਲੰਬੀ ਚੱਲੀ ਤੇ ਹੁਣ ਮੁਲਾਜ਼ਮਾਂ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਬਿਨ ਬੁਲਾਏ ਸਰਕਾਰ ਦੀ ਸਬ ਕਮੇਟੀ ਕੋਲ ਨਹੀਂ ਜਾਣਗੇ, ਅਗਲੀ ਕੋਈ ਮੀਟਿੰਗ ਨਹੀਂ ਕਰਨਗੇ ਜਿੰਨਾ ਟਾਈਮ ਸਰਕਾਰ ਵੱਲੋਂ ਖੁਦ ਨਿਯੁਕਤਾ ਨਾ ਜਾਵੇ। ਤੇ ਨਾਲ ਹੀ ਜਿਹੜਾ ਅੱਜ ਐਲਾਨ ਕੀਤਾ ਹੈ ਕਿ ਪਰਸੋਂ ਤੋਂ ਯਾਨੀ ਕਿ 13 ਅਗਸਤ ਤੋਂ ਮੁਲਾਜ਼ਮ ਨੇ ਜਿਹੜਾ ਉਹ ਸੰਘਰਸ਼ ਵਿੱਢਣ ਜਾ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ। ਤਹਿਸੀਲ ਲੈਵਲ ਤੋਂ ਜਿਹੜਾ ਹਰ ਇੱਕ ਜ਼ਿਲ੍ਹਿਆਂ ਦੇ ਵਿੱਚ ਤਹਿਸੀਲ ਲੈਵਲ ਤੇ ਜਿਹੜਾ ਪ੍ਰੋਟੈਸਟ ਕੀਤਾ ਜਾਊਗਾ ਪੰਜਾਬ ਸਰਕਾਰ ਦੇ ਖਿਲਾਫ। ਤੇ ਇਹਨਾਂ ਦਾ ਕਹਿਣਾ ਕਿ ਇਸੇ ਤਰ੍ਹਾਂ ਅਗਰ ਰੇੜਕਾ ਅੱਗੇ ਵੀ ਬਣਿਆ ਰਹਿੰਦਾ ਤਾਂ ਜਿਹੜਾ ਸੰਘਰਸ਼ ਹੈ ਉਹ ਹੋਰ ਵੱਡਾ ਰੂਪ ਲੈਂਦਾ ਜਾਊਗਾ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।